दास ने बेनती की कि अज एक बहुत वड्डा दुखांत जो कौम ते वापरिया। जून 1984 साका नीला तारा तीजा घल्लूकारा, उस संबंध में कुछ बेनतियां दास ने करनियां ने। पिछलेरिया दीवानां विच 1 तरीक तो लगातार आप जी सरवण करते आ रहे हो कि किवें किहड़े-किहड़े घटनाक्रम वापरे, की कारण, की मंगा। तो कल भी ये बेनती दास ने की, सद संगत मंगा कोई निज लई नहीं सन, कोई स्वार्थ लई नहीं सन। आपां सारे घरां विच संसारक जीव आ, देखदे आ, मां प्रसादे पकाउंदी होवे ना, मां प्रसादा पकाउंदी होवे, 2 पुत बैठ के मां दे खांदे होण, एक नूं मां ने प्रसादे 2 दिते चोपड़ के, ते एक बच्चे नूं मां ने 1 दिती, वो भी रुखी रोटी। रुखी रोटी खाण वाला मां दा घुट फड़ के आखेगा, मां ये वितकरा क्यों? भाई नूं ते 2 प्रसादे वो भी चोपड़ के मैनू किस गल तो रखी? ये वितकरा है। ਇਹੋ ਵਿਤਕਰਾ ਸਮੇਂ ਦੀ ਸਰਕਾਰ ਸਿੱਖਾਂ ਦੇ ਨਾਲ ਕਰਦੀ ਹੈ। ਸਮੇਂ-ਸਮੇਂ ਵਿਤਕਰੇ ਹੋਏ। ਜਿਸ ਦੇਸ਼ ਦੀ ਆਜ਼ਾਦੀ ਦੇ ਲਈ 2% ਵਾਲੀ ਕੌਮ ਨੇ 85% ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ, ਉਸ ਕੌਮ ਨੂੰ ਦੇਸ਼ ਦੀ ਵੰਡ ਤੋਂ ਬਾਅਦ ਆਖਿਆ ਜਾਂਦਾ ਹੈ ਵੀ ਤੁਸੀਂ ਕੌਣ? ਉਹ ਸਮਾਂ ਹੋਰ ਸੀ, ਸਮੇਂ ਦੀ ਹਕੂਮਤ ਨੇ ਆਖਿਆ। ਪ੍ਰਧਾਨ ਮੰਤਰੀ ਇਹ ਬੋਲਦਾ, ਪਹਿਲਾਂ ਆਖਿਆ ਸਿੱਖਾਂ ਦਾ ਤੇ ਸਾਡਾ 9 ਮਾਸ ਦਾ ਰਿਸ਼ਤਾ ਹੈ, ਪਰ ਹੁਣ ਉਹ ਰਿਸ਼ਤਾ ਜਦੋਂ ਰਾਜ ਭਾਗ ਮਿਲ ਗਿਆ, ਸਰਕਾਰਾਂ ਬਣ ਗਈਆਂ, ਆਖੇ ਤੁਸੀਂ ਕੌਣ? ਤੁਹਾਡੀ ਕੋਈ ਲੋੜ ਨਹੀਂ ਸਾਨੂੰ ਹੁਣ। ਤਾਂ ਸਾਧ ਸੰਗਤ ਫਿਰ ਉਹ ਜਾਇਜ਼ ਮੰਗਾਂ, ਤੇ ਨਾ ਹੀ ਕੇਵਲ ਉਹ ਮੰਗਾਂ ਸਿੱਖਾਂ ਲਈ ਸਨ, ਉਹ ਮੰਗਾਂ ਪੰਜਾਬ ਵਿੱਚ ਵਸਦੇ ਹਰ ਇੱਕ ਧਰਮ ਦੇ ਮੰਨਣ ਵਾਲੇ, ਧਰਮ ਦੇ ਪੈਰੋਕਾਰ ਲਈ ਸਨ। ਕੀ ਇਹ ਮੰਗ ਨਜਾਇਜ਼ ਸੀ ਵੀ ਜਿਹੜਾ ਜਿਸ ਰਾਜ ਦਾ, ਜਿਸ ਸਟੇਟ ਦਾ ਕੁਦਰਤੀ ਸੋਮਾ ਹੈ, ਉਸ ਸਟੇਟ ਦਾ ਉਸ ਕੁਦਰਤੀ ਸੋਮੇ ਉੱਪਰ ਪਹਿਲਾ ਅਧਿਕਾਰ ਹੈ, ਕਿ ਪਾਣੀ ਦੀ ਮੰਗ ਨਜਾਇਜ਼ ਸੀ? ਜਿੱਥੇ ਕੋਇਲਾ ਬਣਦਾ ਹੈ, ਪੰਜਾਬ ਜਾ ਕੇ ਆਖੇ ਵੀ ਇਸ ਕੋਇਲੇ ਉੱਪਰ ਸਾਡਾ 50% ਅਧਿਕਾਰ ਹੈ, ਕੀ ਪੰਜਾਬ ਦੀ ਉਹ ਗੱਲ ਜਾਇਜ਼ ਹੋਵੇਗੀ? ਨਹੀਂ। ਤੇ ਜੇਕਰ ਪੰਜਾਬ ਦਾ ਪਾਣੀ, ਜਿਸ ਉੱਪਰ ਸਿਰਫ ਪੰਜਾਬੀਆਂ ਦਾ ਹੱਕ ਹੈ, ਪੰਜਾਬ ਤੋਂ ਬਿਨਾਂ ਕਿਸੇ ਮੁੱਲ ਦਿੱਤਿਆਂ ਪੰਜਾਬ ਨੂੰ ਜੇ ਉਹ ਪਾਣੀ ਦੂਸਰਿਆਂ ਰਾਜਾਂ ਨੂੰ ਦਿੱਤਾ ਜਾਂਦਾ ਹੈ, ਤਾਂ ਕੀ ਉਹ ਧੱਕਾ ਨਹੀਂ? ਤੇ ਖਿਆਲ ਕਰਿਓ, ਉਸ ਵਕਤ ਪਰਚੂਨ ਜਾਂ ਕਰਿਆਨੇ ਜਾਂ ਛੋਟੀਆਂ ਦੁਕਾਨਾਂ, ਛੋਟੇ ਵਪਾਰ ਕਰਨ ਵਾਲੇ ਜਿਹੜੇ ਸਨ, ਉਹ ਅਧਿਕਤਰ ਗਿਣਤੀ ਦੇ ਵਿੱਚ ਅਣਮਤੀਏ ਸਨ, ਸਿੱਖ ਨਹੀਂ ਸਨ, ਹੋਰ ਧਰਮਾਂ ਦੇ ਪੈਰੋ, ਹੋਰ ਧਰਮਾਂ ਨੂੰ ਮੰਨਣ ਵਾਲੇ ਸਨ। ਤੋ ਜੇ ਉਸ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਮੰਗ ਕੀਤੀ ਗਈ ਕਿ ਉਹ ਛੋਟੇ ਵਪਾਰ, ਬਿਜ਼ਨਸ ਕਰਨ ਵਾਲੇ, ਪਰਚੂਨ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਜੇ ਉਹਨਾਂ ਉੱਪਰ ਕਰ ਜਿਹੜਾ ਹੈ ਪੂੰਜੀ ਟੈਕਸ ਮਾਫ ਕਰ ਦਿੱਤਾ ਜਾਵੇ, ਤੇ ਕੀ ਇਹ ਮੰਗ ਸਿਰਫ ਸਿੱਖਾਂ ਲਈ ਸੀ? ਜੇ ਇਹ ਮੰਗ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਮੰਗੀ ਗਈ ਕਿ ਕੋਈ ਵੀ ਇਸਤਰੀ, ਕੋਈ ਵੀ ਧੀ ਭੈਣ ਥਾਣੇ ਦੇ ਵਿੱਚ ਰਾਤ ਨਹੀਂ ਕੱਟੇਗੀ, ਤੇ ਕੀ ਉਸ ਦਾ ਫਾਇਦਾ ਸਿਰਫ ਸਿੱਖਾਂ ਨੂੰ ਹੋਣਾ ਸੀ? ਸੋ ਇਸ ਕਰਕੇ ਉਹ ਮੰਗਾਂ ਜਾਇਜ਼ ਸਨ, ਪਰ ਉਹਨਾਂ ਮੰਗਾਂ ਨੂੰ ਮੰਗਣ ਵਾਲੇ ਉਹਨਾਂ ਮਰਜੀਵੜਿਆਂ ਨੇ ਜਦੋਂ ਸਰਕਾਰ ਦੇ ਅੱਗੇ ਇਹ ਸਵਾਲੀਆ ਚਿੰਨ੍ਹ ਖੜੇ ਕੀਤੇ, ਸਰਕਾਰ ਨੂੰ ਜਵਾਬ ਨਹੀਂ ਸਨ ਆ ਰਹੇ, ਉਹਨਾਂ ਨੇ ਰੋਕਣ ਦੇ ਲਈ ਫਿਰ ਧੱਕਾ ਕੀਤਾ। 1 ਜੂਨ ਤੋਂ ਲੈ ਕੇ ਲਗਾਤਾਰ 6 ਜੂਨ ਤੱਕ ਦਾ ਜੋ ਵਰਤਾਰਾ ਇਹ ਸਰਕਾਰ ਨੇ ਵਰਤਾਇਆ, ਤੇ ਅੰਦਰ ਬੈਠੇ ਉਹ ਮਰਜੀਵੜੇ। ਤਾਂ ਸਾਧ ਸੰਗਤ ਇੱਕ ਬੇਨਤੀ ਦਾਸ ਕਰੇ, ਜਿਹੜੀ ਸ਼ਹਾਦਤ ਹੈ ਨਾ, इबादत तो बिना नहीं दी जा सकती। इबादत एक नींव है, शहादत कलश है। इबादत है ता ही शहादत प्राप्त की जा सकती है।
ਤੇ ਉਹਨਾਂ ਮਰਜੀਵੜਿਆਂ ਨੇ, ਚਲੋ ਜਿਨ੍ਹਾਂ ਨੇ ਬਾਬਾ ਜਰਨੈਲ ਸਿੰਘ ਜੀ ਹੋਰਾਂ ਦੀ ਸੰਗਤ ਕੀਤੀ ਹੈ ਨਾ, ਅੱਜ ਵੀ ਜਿਉਂਦੇ ਨੇ। ਉਹ ਦੱਸਣ ਵਾਲੇ ਦੱਸਦੇ ਨੇ, ਆਪਣੀ ਹਯਾਤੀ ਵਿੱਚ ਨੇ, ਦੱਸਦੇ ਨੇ ਕਿ ਬਾਬਾ ਜਰਨੈਲ ਸਿੰਘ ਜੀ ਦਾ ਜੀਵਨ ਕਿੱਡਾ ਉੱਚਾ ਤੇ ਸੁੱਚਾ ਸੀ। ਹਰ ਵਕਤ ਗੁਰਬਾਣੀ ਦਾ ਪਾਠ ਆਪਣੀ ਰਸਨਾ ਤੇ ਰਹਿੰਦਾ ਸੀ, ਤੇ ਜੋ ਮੂੰਹ ਵਿੱਚ ਸੀ, ਮੂੰਹ ਉੱਪਰ ਬੋਲਦੇ ਸਨ, ਜੋ ਜ਼ੁਬਾਨ ਵਿੱਚ ਸੀ, ਉਹ ਹੀ ਅੰਦਰ ਦਿਲ ਵਿੱਚ ਸੀ। ਇਹਨਾਂ ਬਚਨਾਂ ਨੂੰ ਕਮਾ ਰਹੇ ਸਨ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਇਸ ਗੱਲ ਨੂੰ ਪੜ੍ਹ ਕੇ ਉਹ ਕਮਾ ਰਹੇ ਸਨ ਵੀ ਅੰਦਰੋਂ ਹੋਰ ਤੇ ਮੁਖ ਤੋਂ ਕੁਝ ਹੋਰ ਨਹੀਂ ਬੋਲਣਾ, ਜੋ ਅੰਦਰ ਹੈ ਉਹ ਹੀ ਬੋਲਣਾ ਹੈ। ਉਹਨਾਂ ਦੇ ਬੋਲਾਂ ਵਿੱਚ ਇੱਕ ਵਜਦ ਸੀ, ਇੱਕ ਬੋਲ ਉੱਪਰੋਂ ਹਰ ਇੱਕ ਨੌਜਵਾਨ ਆਪਣਾ ਆਪਾ ਤੱਕ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਂਦਾ ਸੀ। ਉਹ ਬੋਲਾਂ ਦੀ ਤਾਕਤ, ਉਹ ਅਵਸਥਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਰਮ ਖੰਡ ਕੀ ਬਾਣੀ ਜ਼ੋਰ। ਉਸ ਦੀ ਬੋਲੀ ਦੇ ਵਿੱਚ ਜ਼ੋਰ ਹੈ, ਤਾਕਤ ਹੈ। ਤੋ ਸਾਧ ਸੰਗਤ, ਉਹ ਅਕਾਲ ਤਖਤ ਸਾਹਿਬ ਉੱਪਰ ਮੋਰਚਾ ਗੱਡ ਕੇ ਇਹ ਗੁਰੂ ਕੇ ਪਿਆਰੇ ਮਰਜੀਵੜੇ ਸਿੱਖ ਬੈਠੇ ਨੇ, ਜਿਨ੍ਹਾਂ ਵਿੱਚ ਬਾਬਾ ਜਰਨੈਲ ਸਿੰਘ ਤੇ ਨਾਲ ਉਸ ਮੋਰਚੇ ਨੂੰ ਸੰਭਾਲਣ ਵਾਲੇ, ਜਿਨ੍ਹਾਂ ਦੇ ਜਿਹੜੇ ਸੱਚਮੁੱਚ ਇਸ ਜੰਗ ਦੇ ਹੀਰੋ ਜਨਰਲ ਸ਼ੁਬੇਗ ਸਿੰਘ ਜੀ। ਸਾਧ ਸੰਗਤ, ਇਹਨਾਂ ਬਾਬਤ ਵੀ ਦਾਸ ਬੇਨਤੀ ਕਰੇ, ਜਨਰਲ ਸ਼ੁਬੇਗ ਸਿੰਘ ਜੀ, ਇਹਨਾਂ ਦਾ ਜਿਹੜਾ ਪਿਛੋਕੜ ਹੈ ਇਹ ਸ਼ਹੀਦ ਪਰਿਵਾਰ ਵਿੱਚ ਨਾਲ ਸੰਬੰਧ ਰੱਖਦੇ ਨੇ। ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਸੁੱਖਾ ਸਿੰਘ, ਮਹਿਤਾਬ ਸਿੰਘ, ਉਹਨਾਂ ਦੇ ਭਾਈ ਮਹਿਤਾਬ ਸਿੰਘ ਜੀ ਦੇ ਪਰਿਵਾਰ ਵਿੱਚੋਂ ਸਨ ਜਨਰਲ ਸ਼ੁਬੇਗ ਸਿੰਘ ਜੀ। ਤੇ ਵਰਲਡ ਵਿੱਚ, ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਬਹਾਦਰ ਜਰਨੈਲ ਜਿਨ੍ਹਾਂ ਨੂੰ ਮੁਹਾਰਤ ਹਾਸਲ ਸੀ ਗੁਰੀਲਾ ਯੁੱਧ ਦੀ। ਜੇ ਬੰਗਲਾਦੇਸ਼ ਬਣਦਾ ਹੈ ਤਾਂ ਉਹ ਸਿਰਫ ਜਨਰਲ ਸ਼ੁਬੇਗ ਸਿੰਘ ਜੀ ਦੀ ਬਦੌਲਤ ਬਣਦਾ ਹੈ। ਸਭ ਤੋਂ ਵੱਡੀ ਗਿਣਤੀ ਵਿੱਚ ਜੇ ਕਿਸੇ ਜੰਗ ਦੇ ਵਿੱਚ ਕਿਸੇ ਦੁਸ਼ਮਣੀ ਫੌਜ ਨੇ ਆਤਮ ਸਮਰਪਣ ਕੀਤਾ ਹੋਵੇ ਤਾਂ ਉਹ ਜਨਰਲ ਸ਼ੁਬੇਗ ਸਿੰਘ ਜੀ ਦੇ ਸਮੇਂ ਹੋਇਆ। 21,000 ਪਾਕਿਸਤਾਨੀ ਫੌਜੀ ਆਤਮ ਸਮਰਪਣ ਕਰਦੇ ਨੇ। ਇੱਧਰ ਕਮਾਂਡ ਸੰਭਾਲ ਰਹੇ ਸਨ ਜਨਰਲ ਸ਼ੁਬੇਗ ਸਿੰਘ ਜੀ, ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਇੰਨੇ ਉੱਚੇ ਅਹੁਦੇ ਤੇ ਜਾ ਕੇ ਇਹ ਡਿਊਟੀ ਨਿਭਾਈ। ਉਹਨਾਂ ਦੇ ਨਾਲ ਇੰਨਾ ਧੱਕਾ ਕਿਉਂਕਿ ਸਿੱਖ ਸਨ। ਨਾਮ ਪਿੱਛੇ ਲੱਗਦਾ ਸਿੰਘ ਸਮੇਂ ਦੀ ਹਕੂਮਤ ਨੂੰ ਸਿਖਾਉਂਦਾ ਨਹੀਂ ਸੀ। ਤੇ ਜਿਸ ਵਕਤ ਇਲਜ਼ਾਮ ਲਗਾਇਆ, ਸਿਰਫ ਇੱਕ ਛੋਟਾ ਜਿਹਾ ਇਲਜ਼ਾਮ ਵੀ ਤੁਸੀਂ ਕਾਰ ਜਿਹੜੀ ਹੈ ਉਹ ਘੱਟ ਰੇਟ ਤੇ ਖਰੀਦੀ ਹੈ। ਇੱਕ ਛੋਟੀ ਜੀ ਕਾਰ ਪਿੱਛੇ ਜਿਸ ਬੰਦੇ ਨੇ ਇੰਨੇ ਮਹਾਨ ਕਾਰਜ ਕੀਤੇ ਹੋਣ, ਜਿਸ ਨੂੰ ਸਨਮਾਨ ਚਿੰਨ੍ਹ ਦੇਣੇ ਚਾਹੀਦੇ ਸਨ, ਉਸ ਜਨਰਲ ਸ਼ੁਬੇਗ ਸਿੰਘ ਨੂੰ ਇਹਨਾਂ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਸਿਰਫ ਇਸ ਕਰਕੇ ਪਾਰਸ਼ੈਲਿਟੀ, ਧੱਕਾ ਕੀਤਾ ਵੀ ਇਹ ਸਿੱਖ ਨੇ। ਤਾਂ ਸਾਧ ਸੰਗਤ, ਉਹਨਾਂ ਨੂੰ ਜਦੋਂ ਨੌਕਰੀ ਤੋਂ ਬਰਖਾਸਤ ਕੀਤਾ ਤਾਂ ਜਨਰਲ ਸ਼ੁਬੇਗ ਸਿੰਘ ਜੀ ਬਾਬਾ ਇਹ ਕੌਮ ਬਾਬਾ ਜਰਨੈਲ ਸਿੰਘ ਜੀ ਦੇ ਪਾਸ ਆਏ, ਸੰਗਤ ਕੀਤੀ, ਇਤਿਹਾਸ ਪੜ੍ਹਿਆ, ਤਾਂ ਫਿਰ ਉਹਨਾਂ ਨੇ ਸਿੱਖਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਤਾਂ ਇਸ ਕਰਕੇ ਇਸ ਸਾਕਾ ਨੀਲਾ ਤਾਰੇ ਦੀ ਸਮੁੱਚੇ ਕੱਲੂਕਾਰੇ ਵਿੱਚ ਜਿਹੜੇ ਸਿੱਖਾਂ ਦੇ ਮੋਰਚਾਬੰਦੀ ਸੰਭਾਲ ਰਹੇ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਟ੍ਰੇਨਿੰਗ ਦਿੱਤੀ ਹੈ, ਉਹ ਸਨ ਜਨਰਲ ਸ਼ੁਬੇਗ ਸਿੰਘ ਜੀ, ਜਿਨ੍ਹਾਂ ਦੀ ਦਿੱਤੀ ਟ੍ਰੇਨਿੰਗ ਗੱਡੇ ਹੋਏ ਮੋਰਚਿਆਂ ਕਰਕੇ ਭਾਰਤੀ ਫੌਜ ਅੰਦਰ ਦਾਖਲ ਨਾ ਹੋ ਸਕੀ। 5 ਜੂਨ ਨੂੰ ਸਵੇਰ ਵੇਲੇ ਤੋਂ ਲੈ ਕੇ ਫੌਜ ਨੇ ਲਗਾਤਾਰ ਹਮਲਾ ਜਾਰੀ ਰੱਖਿਆ, ਪਰ 1 ਇੰਚ ਵੀ ਅਕਾਲ ਤਖਤ ਸਾਹਿਬ ਵੱਲ ਨਾ ਵੱਧ ਸਕੇ। 5 ਜੂਨ ਦੀ ਸ਼ਾਮ ਤੱਕ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਚੌਤਰਫੇ ਜਿੰਨੀਆਂ ਉੱਚੀਆਂ ਬਿਲਡਿੰਗਾਂ, ਮੋਰਚੇ ਸਨ, ਉਹਨਾਂ ਉੱਪਰ ਭਾਰਤੀ ਹਕੂਮਤ ਕਾਬਜ ਹੋ ਗਈ। 5 ਜੂਨ ਦੀ ਰਾਤ ਜਿਹੜੀ ਹੈ, ਸਾਰੀ ਰਾਤ ਗੋਲਾਬਾਰੀ ਹੁੰਦੀ ਰਹੀ। ਤੇ ਸਾਧ ਸੰਗਤ, ਇੱਕ ਘਟਨਾ, ਕਿਉਂਕਿ ਇਹ ਗੱਲ ਆਪਾਂ ਜਾਣਦੇ ਹਾਂ, ਪਿੱਛੇ ਪੜ੍ਹ ਆਏ ਆ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ, ਨਤਮਸਤਕ ਹੋਣ ਵਾਸਤੇ ਸੰਗਤਾਂ ਪਹੁੰਚੀਆਂ ਸਨ। ਤੇ ਜਾਣ ਬੁੱਝ ਕੇ ਕਰਫਿਊ ਵਿੱਚ ਢਿੱਲ ਦਿੱਤੀ ਗਈ ਵੀ ਸੰਗਤਾਂ ਆਉਣ। ਬਾਅਦ ਵਿੱਚ ਕਰਫਿਊ ਲਗਾ ਦਿੱਤਾ ਗਿਆ ਵੀ ਜਿਹੜੀਆਂ ਆਈਆਂ ਸੰਗਤਾਂ ਨੇ ਉਹ ਬਾਹਰ ਨਾ ਜਾ ਸਕਣ। ਤੇ ਅੰਦਰ
ਜਿਹੜੀਆਂ ਪ੍ਰਕਰਮਾਂ ਨੇ, ਪ੍ਰਕਰਮਾਂ ਦੇ ਕਮਰਿਆਂ ਦੇ ਵਿੱਚ ਸੰਗਤ ਨੂੰ ਜਿਹੜਾ ਹੈ ਉਹ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ। ਇੱਕ ਇੱਕ ਕਮਰੇ ਵਿੱਚ 50-50 ਜੀ। ਸਾਧ ਸੰਗਤ, ਅੱਤ ਦੀ ਗਰਮੀ, ਜੂਨ ਦਾ ਮਹੀਨਾ, ਤੇ 5 ਜੂਨ ਦੀ ਸ਼ਾਮ ਦੀ ਇੱਕ ਘਟਨਾ, ਜਿਸ ਸੱਚਮੁੱਚ ਜਦੋਂ ਇਹਨਾਂ ਘਟਨਾਵਾਂ ਨੂੰ ਪੜ੍ਹਦੇ ਆ ਨਾ, ਸਰਕਾਰ ਦੇ ਕੀਤੇ ਗਏ ਤਸ਼ੱਦਦ ਨੂੰ ਪੜ੍ਹਦੇ ਆ, ਤੇ ਹਿਰਦਾ ਇੱਕਦਮ ਚੀਰਿਆ ਜਾਂਦਾ ਹੈ, ਅੱਖਾਂ ਚੋਂ ਆਪ ਮੁਹਾਰੇ ਨੀਰ ਫੁੱਟ ਪੈਂਦਾ ਹੈ। ਇੰਨਾ ਧੱਕਾ। ਸਾਧ ਸੰਗਤ, ਇੱਕ ਮਾਈ ਆਪਣੇ ਪੋਤਰੇ ਦੇ ਨਾਲ ਦਰਬਾਰ ਸਾਹਿਬ ਆਈ ਸੀ ਨਤਮਸਤਕ ਹੋਣ ਵਾਸਤੇ। ਜਦੋਂ 5 ਜੂਨ ਨੂੰ ਸ਼ਾਮ ਨੂੰ ਉਸ ਮਾਈ ਦੇ ਛੋਟੇ ਜਿਹੇ ਪੋਤਰੇ ਨੇ ਪਾਣੀ ਦੀ ਮੰਗ ਮੰਗੀ, ਵੀ ਮੈਨੂੰ ਪਿਆਸ ਲੱਗੀ ਹੈ, ਮਾਂ ਮੈਨੂੰ ਪਾਣੀ ਚਾਹੀਦਾ ਹੈ, ਦਾਦੀ ਮੈਨੂੰ ਪਾਣੀ ਚਾਹੀਦਾ ਹੈ, ਤਾਂ ਉਸ ਮਾਈ ਕੋਲੋਂ, ਕਿਉਂਕਿ ਆਪ ਤੇ ਚਲੋ ਸਿਆਣਾ ਬੰਦਾ ਭੁੱਖ ਪਿਆਸ ਜਰ ਲੈਂਦਾ ਹੈ, ਪਰ ਬੱਚਿਆਂ ਨੂੰ ਵੇਖ ਕੇ ਜਰਿਆ ਨਹੀਂ ਜਾਂਦਾ। ਉਸ ਮਾਈ ਨੇ ਵਰ ਦੀਆਂ ਗੋਲੀਆਂ ਵਿੱਚ ਭੱਜ ਕੇ ਕਮਰੇ ਵਿੱਚੋਂ ਬਾਹਰ ਨਿਕਲੀ, ਸਰੋਵਰ ਦੇ ਵਿੱਚ ਗਈ, ਸਰੋਵਰ ਕੋਲੇ ਜਾ ਕੇ ਬੁੱਕ ਭਰਿਆ, ਵੀ ਮੈਂ ਘੱਟੋ ਘੱਟ ਇੱਕ ਬੁੱਕ ਭਰ ਕੇ ਲਿਜਾ ਕੇ ਆਪਣੇ ਪੁੱਤ ਦੀ ਪਿਆਸ ਬੁਝਾ ਦਿਆਂ। ਜਦੋਂ ਉਹਨੇ ਉਹ ਬੁੱਕ ਭਰਿਆ ਸਰੋਵਰ ਦੇ ਵਿੱਚੋਂ, ਤੇ ਉਹ ਪਵਿੱਤਰ ਸਰੋਵਰ ਜਿਸ ਨੂੰ ਸਿੱਖ ਅੰਮ੍ਰਿਤ ਕਹਿੰਦੇ ਨੇ, ਉਸ ਸਰੋਵਰ ਦਾ ਪਾਣੀ ਜਦੋਂ ਬੁੱਕ ਵਿੱਚ ਆਇਆ, ਤੇ ਸਾਧ ਸੰਗਤ, ਉਸ ਦਾ ਰੰਗ ਲਾਲ ਰੱਤਾ ਸੀ। ਮਾਈ ਆਖਦੀ ਹੈ ਕਿ ਸੰਗਤਾਂ ਦੀ ਖੂਨ ਜਿਹੜਾ ਇਸ ਪਾਣੀ ਵਿੱਚ ਘੁਲਿਆ ਹੈ, ਮੇਰਾ ਪੋਤਰਾ ਮਰਦਾ ਤੇ ਮਰ ਜਾਏ ਪਿਆਸ ਦੇ ਨਾਲ, ਮੈਂ ਸ਼ਹੀਦਾਂ ਦਾ ਖੂਨ ਆਪਣੇ ਪੁੱਤ ਨੂੰ ਨਹੀਂ ਪਿਉਣਾ। ਮਾਈ ਦੌੜ ਕੇ ਗਈ। ਕੁਝ ਸਮਾਂ ਲੰਘਿਆ। ਜਿਸ ਵਕਤ ਉਹ ਫੌਜੀ 2 ਲਾਗੋਂ ਲੰਘਣ ਲੱਗੇ ਕਮਰੇ ਦੇ ਬਾਹਰੋਂ, ਮਾਈ ਨੇ ਇੱਕਦਮ ਆਖਿਆ, ਪੁੱਤ ਵੇ, ਆ ਛੋਟਾ ਜਿਹਾ ਮੇਰਾ ਪੋਤਰਾ ਹੈ, ਤੁਹਾਡੇ ਬੱਚਿਆਂ ਵਰਗਾ ਹੈ, ਇਸ ਨੂੰ ਪਿਆਸ ਲੱਗੀ ਹੈ, 2 ਘੁੱਟ ਪਾਣੀ ਦੇ ਪਿਆ ਦਿਓ। ਹੁਣ ਉਹ ਸਾਧ ਸੰਗਤ, ਉਸ ਫੌਜੀ ਨੇ ਮਾਈ ਨੂੰ ਆਖਿਆ, ਮਾਈ, ਤੇਰੇ ਪੋਤਰੇ ਨੂੰ ਪਿਆਸ ਲੱਗੀ ਹੈ, ਪਾਣੀ ਚਾਹੀਦਾ ਹੈ। ਉਹ ਹਿੰਦੀ ਚ ਬੋਲਿਆ, ਪਾਣੀ ਚਾਹੀਏ, ਆ ਤੁਝੇ ਪਾਣੀ ਪਿਲਾਤਾ ਹੂੰ। ਬੱਚੇ ਨੂੰ ਫੜ ਕੇ ਬਾਹਰ ਲੈ ਕੇ ਜਾਇਆ। ਬਾਹਰ ਲਿਜਾ ਕੇ ਉਸ ਫੌਜੀ ਵੀਰ ਨੇ, ਸਾਧ ਸੰਗਤ, ਬੱਚੇ ਨੂੰ ਲੱਤਾਂ ਤੋਂ ਪਕੜ ਕੇ ਉਤਾਂ ਉਠਾ ਲਿਆ। ਜਦੋਂ ਲਮਕਾ ਲਿਆ ਨਾ, ਤੇ ਫਿਰ ਉਹ ਹਿੰਦੀ ਵਿੱਚ ਫਿਰ ਬੋਲਦਾ ਹੈ, ਪਾਣੀ ਮੰਗਤੇ ਹੋ, आप कहते हो हरियाणा को पानी नहीं देंगे, हिमाचल को पानी नहीं देंगे, राजस्थान को पानी नहीं देंगे, ते हमसे पानी की उम्मीद करते हो, पानी मांगते हो। उस फौजी वीर ने देखो साध संगत अत कर दी, बच्चे नूं लत्तां तो पकड़िया, उतां उठा लिया, घुमा के थले मारिया। उस बच्चे दा सिर परकर्मा दे पत्थर दे विच वज्जा, ते ओ सिर जिहड़ा है खरबूजे वांग खुल गया। ਜਦੋਂ ਇਸ ਤਰੀਕੇ ਨਾਲ ਤਸ਼ੱਦਦ ਕਰ ਰਹੇ ਨੇ, ਜਿਹੜੀਆਂ ਮਾਸੂਮ ਜਿੰਦਾਂ ਨੇ, ਉਸ ਮਾਈ ਦਾ ਕੀ ਕਸੂਰ ਹੈ, ਉਸ ਬੱਚੇ ਦਾ ਕੀ ਕਸੂਰ ਹੈ? ਤਾਂ ਸਾਧ ਸੰਗਤ, ਇਸ ਹੱਦ ਤੱਕ ਜਾ ਕੇ ਸਮੇਂ ਦੀ ਸਰਕਾਰ ਨੇ ਧੱਕਾ ਕੀਤਾ, ਤਸ਼ੱਦਦ ਕੀਤੇ। 6 ਜੂਨ ਦਾ ਅੱਜ ਦਿਨ ਚੜਿਆ। ਸਾਧ ਸੰਗਤ, ਅੰਮ੍ਰਿਤ ਵੇਲੇ ਸਿੰਘ ਸਾਹਿਬ ਜੀ ਨੇ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਜਿਸ ਵਕਤ ਮੁੱਖ ਵਾਕ ਲਿਆ, ਪ੍ਰਕਾਸ਼ ਕਰਨ ਤੋਂ ਬਾਅਦ ਕੀਰਤਨ ਦੀ ਆਰੰਭਤਾ ਹੋਈ। ਮੁੱਖ ਵਾਕ ਦੀ ਸਮਾਪਤੀ ਤੇ ਕੀਰਤਨ ਦੀ ਆਰੰਭਤਾ ਦੇ ਨਾਲ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਫਿਰ ਸਰਕਾਰ ਨੇ। ਉਸ ਵਕਤ ਆਸਾ ਕੀ ਵਾਰ ਕਰਦਿਆਂ ਇੱਕ ਗੁਰੂ ਕਾ ਪਿਆਰਾ ਸਿੱਖ ਅਖੰਡ ਕੀਰਤਨੀ ਜਥੇ ਨਾਲ ਜਿਸ ਦਾ ਸੰਬੰਧ ਸੀ, ਉਹ ਸਿੱਖ ਦੀ ਪੁੜਪੜੀ 'ਚ ਆ ਕੇ ਗੋਲੀ ਵੱਜੀ। ਦਰਬਾਰ ਸਾਹਿਬ ਕੀਰਤਨ ਕਰਦੇ, ਇੱਕ ਗੋਲੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਨੂੰ ਲੱਗਦੀ ਹੈ, ਜਿਸ ਸਵਰੂਪ ਦਾ ਅੱਜ ਇਹਨਾਂ ਪਿਛਲੇ 4-5 ਦਿਨਾਂ ਤੋਂ ਅਕਾਲ ਤਖਤ ਸਾਹਿਬ ਵਿਖੇ ਪ੍ਰਕਾਸ਼ ਕਰਕੇ ਦਰਸ਼ਨ ਕਰਾਏ ਜਾ ਰਹੇ ਨੇ ਸੰਗਤਾਂ ਨੂੰ। ਉਸ ਸਵਰੂਪ ਨੂੰ ਗੋਲੀ ਲੱਗਦੀ ਹੈ। ਸਾਧ ਸੰਗਤ, ਜੋ ਸੰਗਤਾਂ ਪ੍ਰਕਰਮਾਂ ਵਿੱਚ ਸਨ, ਉਹ ਜਾਮੇ ਸ਼ਹਾਦਤ ਪੀਂਦੀਆਂ ਨੇ। ਕਰੀਬ ਲੋ ਲੱਗੀ ਤਾਂ ਸਾਧ ਸੰਗਤ 8 ਵਜੇ ਦੇ ਕਰੀਬ ਜਨਰਲ ਸ਼ੁਬੇਗ ਸਿੰਘ ਜੀ श्री अकाल तख्त साहब ऊपर बाबा जरनैल सिंह जी के पास आए। वो जख्मी ने। जनरल शुबेग सिंह जी श्री अकाल तख्त साहब ते बाबा जरनैल सिंह जी के पास पहुंच के आखदे ने, उन्हां दे अखीरले बोल सन, बाबा साहब संत जी, अकाल पुरख वाहिगुरू जी ने जिन्नी सेवा दास कोलों लैनी सी वो लै लई है, हुण इह शरीर इजाजत नहीं देंदा। बस मौत सामने दिखती है, शहादत का प्याला सामने है,
ਪਰ ਇੱਕ ਗੱਲ ਹੈ ਸੰਤ ਜੀ, ਜਦੋਂ ਤੋਂ ਤੁਹਾਡੀ ਸੰਗਤ ਕੀਤੀ ਹੈ, ਬੜੀਆਂ ਮੈਂ ਜੰਗਾਂ ਪਹਿਲਾਂ ਵੀ ਲੜੀਆਂ ਨੇ, ਪਰ ਆ ਮੇਰੀ ਅਖੀਰਲੀ ਜੰਗ ਹੈ। ਪਹਿਲਾਂ ਜੰਗਾਂ ਸਨ ਦੇਸ਼ ਦੇ ਲਈ, ਪਹਿਲਾਂ ਜੰਗਾਂ ਸਨ ਜ਼ਮੀਨ ਦੇ ਲਈ, ਪਰ ਆ ਜਿਹੜੀ ਜੰਗ ਮੈਂ ਦੀਨ ਦੇ ਲਈ ਲੜੀ ਹੈ, ਇਹ ਮੇਰੀ ਅਖੀਰਲੀ ਜੰਗ ਹੈ। ਪਹਿਲਾਂ ਹਰ ਵਾਰ ਜਦੋਂ ਜੰਗ ਮੈਦਾਨੇ ਜੰਗ ਵਿੱਚ ਜਿੱਤ ਕੇ ਆਉਂਦਾ ਸਾਂ ਤੇ ਆਤਮਾ ਤੇ ਇੱਕ ਬੋਝ ਹੁੰਦਾ ਸੀ ਵੀ ਕਿੰਨੇ ਦੁਸ਼ਮਣਾਂ ਨੂੰ ਮੈਂ ਮਾਰ ਦਿੱਤਾ ਹੈ, ਪਰ ਹੁਣ ਮੇਰੀ ਆਤਮਾ ਬਿਲਕੁਲ ਸੁਰਖਰੂ ਹੈ। ਜਨਰਲ ਸ਼ੁਬੇਗ ਸਿੰਘ ਜੀ ਦੇ ਅਖੀਰਲੇ ਬੋਲ ਸਨ ਕਿ ਮੇਰੀ ਆਤਮਾ ਤੇ ਰੰਚਕ ਮਤ ਰੱਤੀ ਭਰ ਵੀ ਬੋਝ ਨਹੀਂ ਹੈ, ਮੈਂ ਸੁਰਖਰੂ ਹੋ ਕੇ ਅਕਾਲ ਪੁਰਖ ਜੀ ਦੇ ਚਰਨਾਂ ਤੇ ਜਾ ਰਿਹਾ ਹਾਂ। ਸਿਰਫ ਤੁਹਾਡੇ ਦਰਸ਼ਨਾਂ ਦੀ ਦੀਦ ਦੀ ਤਾਂਘ ਸੀ ਤੇ ਮੈਂ ਤੁਹਾਡੇ ਪਾਸ ਆਇਆ ਹਾਂ। ਬਾਬਾ ਜਰਨੈਲ ਸਿੰਘ ਜੀ ਨੇ ਉਸ ਵਕਤ ਬਾਬਾ ਅਮਰੀਕ ਸਿੰਘ ਜੀ ਵੀ ਕੋਲ ਸਨ। ਭਾਈ ਅਮਰੀਕ ਸਿੰਘ ਜੀ ਇੱਕ ਸਿੱਖ ਨੂੰ ਇਸ਼ਾਰਾ ਕਰਦੇ ਨੇ, ਬਾਬਾ ਜਨਰਲ ਸ਼ੁਬੇਗ ਸਿੰਘ ਜੀ ਨੂੰ ਪਕੜੋ। ਦੋ ਸਿੱਖਾਂ ਨੇ ਜਨਰਲ ਸ਼ੁਬੇਗ ਸਿੰਘ ਜੀ ਨੂੰ ਹੱਥ ਵਿੱਚ ਪਕੜਿਆ। ਬਾਬਾ ਜੀ 2 ਮਿੰਟ ਦੇ ਲਈ ਬਿਲਕੁਲ ਚੁੱਪੀ ਧਾਰਦੇ ਨੇ, ਜ਼ੁਬਾਨ ਤੋਂ ਪਾਵਨ ਬਾਣੀ ਦਾ ਇੱਕ ਸ਼ਬਦ ਉਚਾਰਨ ਕੀਤਾ ਤੇ ਜਨਰਲ ਸ਼ੁਬੇਗ ਸਿੰਘ ਜੀ ਨੂੰ ਬੜੀ ਗਹਿਰੀ ਨਿਗਾਹ ਦੇ ਨਾਲ ਇੱਕ ਵਾਰ ਤੱਕ ਕੇ ਤੇ ਬਾਬਾ ਜਰਨੈਲ ਸਿੰਘ ਜੀ ਨੇ ਆਖਿਆ ਸਿੱਖਾਂ ਨੂੰ ਵੀ ਇਹਨਾਂ ਨੂੰ ਪਿੱਛੇ ਲਟਾ ਦਿੱਤਾ ਜਾਵੇ। ਜਨਰਲ ਸ਼ੁਬੇਗ ਸਿੰਘ ਜੀ ਉੱਥੇ ਜਾਮੇ ਸ਼ਹਾਦਤ ਪੀ ਜਾਂਦੇ। ਇਹ ਵਰਤਾਰਾ 6 ਜੂਨ ਸਵੇਰੇ 8 ਵਜੇ 8 ਤੋਂ 8:15 ਦੇ ਕਰੀਬ ਦਾ ਹੈ। 8:30 ਵਜੇ ਬਾਬਾ ਜਰਨੈਲ ਸਿੰਘ ਜੀ ਸਾਰੇ ਆਪਣੇ ਸਾਥੀਆਂ ਨੂੰ ਇਕੱਠਿਆਂ ਕਰਦੇ ਨੇ, ਸਾਰੇ ਸਿੰਘਾਂ ਨੂੰ ਇਕੱਠਿਆਂ ਕਰਕੇ ਬੜੀ ਵਜਦ ਵਿੱਚ ਆ ਕੇ, ਬਹੁਤ ਵਜਦ ਵਿੱਚ ਆ ਕੇ, ਅੱਖਾਂ ਤੇ ਲਾਲੀ ਹੈ, ਚਿਹਰੇ ਦਾ ਰੰਗ ਅੱਜ ਦਗ-ਦਗ ਕਰਦਾ ਹੈ, ਦਗ-ਦਗ ਕਰਦੇ ਚਿਹਰੇ ਦੇ ਵਿੱਚੋਂ ਲਲਕਾਰ ਕੇ ਬੋਲ ਬੋਲੇ, ਵਜਦ ਵਿੱਚ ਆ ਕੇ ਆਖਿਆ, ਸਿੰਘੋ ਜਿਨ੍ਹਾਂ ਪੰਕਤੀਆਂ ਨੂੰ ਆਪਾਂ ਲੰਮੇ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ, ਅੱਜ ਉਹਨਾਂ ਅੰਮ੍ਰਿਤ ਬਚਨਾਂ ਨੂੰ ਕਮਾਉਣ ਦੀ ਵਾਰੀ ਆ ਗਈ ਹੈ। ਜਿਸ ਗੁਰਬਾਣੀ ਦੇ ਪਾਠ ਨੂੰ ਆਪਾਂ ਰੋਜ਼ ਕਰਦੇ ਹਾਂ, ਹਰ ਵਕਤ ਸਾਡੇ ਹਿਰਦੇ ਅੰਦਰੋਂ ਜ਼ੁਬਾਨ ਤੋਂ ਇਹ ਬੋਲ ਨਿਕਲਦੇ ਸਨ, ਜਿਸ ਪਿਆਰੇ ਸਿਉਨੇ ਤਿਸ ਆਗੈ ਅਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ, ਅੱਜ ਉਹਨਾਂ ਅੰਮ੍ਰਿਤ ਬਚਨਾਂ ਨੂੰ ਕਮਾਉਣ ਦੀ ਵਾਰੀ ਆ ਗਈ ਹੈ। ਬਾਬਾ ਜਰਨੈਲ ਸਿੰਘ ਜੀ ਨੇ ਵਜਦ ਵਿੱਚ ਆ ਕੇ ਸਿੱਖਾਂ ਨੂੰ ਆਖਿਆ, ਸਿੰਘੋ ਜਾਮੇ ਸ਼ਹਾਦਤ ਪੀਣ ਦਾ ਸਮਾਂ ਆ ਗਿਆ ਹੈ, ਹੁਣ ਵੀ ਜਿਸ ਨੂੰ ਜਾਨ ਪਿਆਰੀ ਹੈ ਉਹ ਚਲਿਆ ਜਾਵੇ, ਰੰਚਕ ਮਾਤਰ ਵੀ ਕਿਸੇ ਉੱਪਰ ਕੋਈ ਗਿਲਾ ਨਹੀਂ ਹੋਵੇਗਾ। ਇੰਨੀ ਗੱਲ ਬਾਬਾ ਜਰਨੈਲ ਸਿੰਘ ਜੀ ਨੇ ਆਖੀ। ਭਾਈ ਅਮਰੀਕ ਸਿੰਘ ਜੀ ਉੱਚੀ ਆਵਾਜ਼ ਵਿੱਚ ਜੈਕਾਰਾ ਛੱਡ ਦਿੰਦੇ ਨੇ। ਉਸ ਜੈਕਾਰੇ ਦਾ ਜਵਾਬ ਸਾਰੇ ਸਿੱਖਾਂ ਨੇ ਬੜੀ ਵਜਦ ਵਿੱਚ ਦਿੱਤਾ, ਕਿਸੇ ਨੇ ਵੀ ਪੈਰ ਪਿੱਛੇ ਨਹੀਂ ਪਾਇਆ, ਮੋਰਚੇ ਸੰਭਾਲ ਲਏ। ਬਾਬਾ ਜਰਨੈਲ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਬਾਹਰ 2 ਨਿਸ਼ਾਨ ਸਾਹਿਬ ਨੇ ਨਾ, ਉਸ ਨਿਸ਼ਾਨ ਸਾਹਿਬ ਤੇ ਆ ਕੇ, ਇੱਕ ਨਿਸ਼ਾਨ ਸਾਹਿਬ ਦੇ ਲਾਗੇ ਬਾਬਾ ਜਰਨੈਲ ਸਿੰਘ ਜੀ ਮੋਰਚਾ ਗੱਡ ਕੇ ਬੈਠੇ, ਸੰਤ ਜੀ ਦੂਜੇ ਪਾਸੇ ਭਾਈ ਅਮਰੀਕ ਸਿੰਘ ਜੀ। ਉੱਥੇ ਇਹਨਾਂ ਦੋਵਾਂ ਬਹਾਦਰ ਜਰਨੈਲਾਂ ਨੇ, 20ਵੀਂ ਸਦੀ ਦੇ ਮਹਾਨ ਜਰਨੈਲ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਬਾਬਾ ਇਹ ਕੌਮ ਬਾਬਾ ਜਰਨੈਲ ਸਿੰਘ ਅਰਦਾਸਾ ਸੋਧਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ, ਇਹ ਮੈਨੂੰ ਜਿੰਦਾ ਪਕੜਨ ਵਾਸਤੇ ਆਏ ਨੇ। ਜਿੰਨੀ ਦੇਰ ਤੱਕ ਇਸ 5 ਭੂਤਕ ਸਰੀਰ ਵਿੱਚ ਪ੍ਰਾਣ ਚੱਲਦੇ ਨੇ, ਇਹ ਭਾਰਤੀ ਹਕੂਮਤ, ਇਹ ਫੌਜ ਤੇਰੇ ਤਖਤ ਸਾਹਿਬ ਦੇ ਵੱਲ ਪਹੁੰਚ ਨਹੀਂ ਸਕੇਗੀ। ਅਰਦਾਸ ਕਰਕੇ ਮੋਰਚਾ ਸੰਭਾਲ ਲਿਆ। ਬਹੁਤ ਵੈਰੀ, ਬਹੁਤ ਫੌਜੀ ਤਰਤੇ ਲਟਾ ਦਿੱਤੇ। ਉਹ ਜਿਹੜਾ ਜਿੰਨਾ ਕੰਪਲੈਕਸ ਹੈ, ਦਰਬਾਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ, ਦਰਸ਼ਨੀ ਡਿਓੜੀ ਤੋਂ ਲੈ ਕੇ ਅਕਾਲ ਤਖਤ ਸਾਹਿਬ ਦਾ ਸਾਰਾ ਵਿਹੜਾ, ਜਿੱਥੇ ਗੁਰੂ ਕੇ ਪਿਆਰੇ ਸਿੱਖ ਉਹ ਸ਼ਹੀਦ ਹੋਏ ਨੇ, ਬਹੁਤ ਵੱਡੀ ਗਿਣਤੀ ਵਿੱਚ ਫੌਜ ਉੱਥੇ ਮੌਤ ਦੇ ਘਾਟ ਵਿੱਚ ਸਿੰਘਾਂ ਨੇ ਉਤਾਰੀ ਹੈ। ਜੂਝਦਿਆਂ ਬਾਬਾ ਜਰਨੈਲ ਸਿੰਘ ਜਾਮੇ ਸ਼ਹਾਦਤ ਪੀ ਜਾਂਦੇ ਨੇ, ਭਾਈ ਅਮਰੀਕ ਸਿੰਘ ਸ਼ਹੀਦ ਹੋ ਜਾਂਦੇ ਨੇ। ਸਾਧ ਸੰਗਤ, ਇਹਨਾਂ ਨੇ ਜਾਮੇ ਸ਼ਹਾਦਤ ਦਾ ਪਿਆਲਾ ਘਟ-ਘਟ ਕਰਕੇ ਪੀਤਾ। ਰੰਚਕ ਮਾਤਰ ਵੀ ਮਨ ਉੱਪਰ ਇੱਕ ਰੱਤੀ ਭਰ ਵੀ ਬੋਝ ਨਹੀਂ ਸੀ। ਜਿਸ ਵਕਤ ਸ਼ਹੀਦ ਹੋਏ ਤਾਂ ਸਾਧ ਸੰਗਤ, ਭਾਰਤੀ ਹਕੂਮਤ ਜਿੰਨੀਆਂ ਵੀ ਸੰਗਤਾਂ ਪ੍ਰਕਰਮਾਂ ਵਿੱਚ ਕਮਰਿਆਂ ਵਿੱਚ ਬੰਦ ਕੀਤੀਆਂ ਸਨ, ਇਹਨਾਂ ਨੇ ਸਭਨਾਂ ਨੂੰ ਪਕੜਿਆ, ਇੱਕ ਲਾਈਨ ਵਿੱਚ ਖੜੇ ਕਰਕੇ ਗੋਲੀਆਂ ਮਾਰ ਦਿੱਤੀਆਂ। ਹਰ ਇੱਕ ਕਮਰੇ ਵਿੱਚ ਗ੍ਰਨੇਡ ਸਿੱਟਿਆ ਗਿਆ, ਉਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਗਿਆ। ਜੋ ਸੰਗਤਾਂ ਸਰਾਵਾਂ ਦੇ ਕਮਰਿਆਂ ਵਿੱਚ ਬੈਠੀਆਂ ਸਨ, ਉਹਨਾਂ ਸਭਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। 2 ਜੂਨ ਤੋਂ ਲੈ ਕੇ ਬੇਅੰਤ ਸੰਗਤਾਂ, ਜਦੋਂ ਪਤਾ ਲੱਗਾ ਨਾ ਵੀ 2 ਜੂਨ ਨੂੰ ਗੋਲੀ ਚੱਲ ਪਈ, ਉਸ ਵਕਤ ਸਾਰੀਆਂ ਸੰਗਤਾਂ, ਬਹੁਤ ਸੰਗਤਾਂ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵਹੀਰਾਂ ਕੱਤ ਕੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਵੱਲ ਪਹੁੰਚ ਰਹੀਆਂ ਸਨ। ਉਹਨਾਂ ਸਭਨਾਂ ਨੂੰ ਉੱਪਰ ਗੋਲੀਆਂ ਚਲਾ ਕੇ ਭਾਰਤੀ ਹਕੂਮਤ ਨੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਪਹੁੰਚਣ ਨਾ ਦਿੱਤਾ, ਬਾਰ-ਬਾਰ ਹੀ ਸ਼ਹੀਦ ਕਰ ਦਿੱਤਾ। ਸਾਧ ਸੰਗਤ, ਬੇਅੰਤ ਹੋਰ ਸਥਾਨਾਂ ਉੱਪਰ ਗੋਲੀਆਂ ਚਲਾਈਆਂ।
ਚਲੋ ਇਹ ਗੱਲ ਸਰਕਾਰ ਕਹਿੰਦੀ ਵੀ ਬਾਬਾ ਜਰਨੈਲ ਸਿੰਘ ਨੂੰ ਪਕੜਨ ਵਾਸਤੇ ਅਸੀਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਜਿਹੜੇ ਦੂਸਰੇ ਗੁਰਧਾਮ ਸਨ ਉੱਥੇ ਤੇ ਬਾਬਾ ਜਰਨੈਲ ਸਿੰਘ ਜੀ ਨਹੀਂ ਸਨ। ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਗੁਰਦੁਆਰਾ ਸਾਹਿਬ ਨੇ ਜਿੱਥੇ ਹਮਲੇ ਕੀਤੇ, 35 ਦੇ ਕਰੀਬ ਗੁਰਦੁਆਰਾ ਸਾਹਿਬ ਸਨ। ਸਾਧ ਸੰਗਤ, ਫਿਰ 6 ਜੂਨ ਸਾਰਾ ਦਿਨ ਤੇ 7 ਜੂਨ ਦੁਪਹਿਰ ਤੱਕ ਗੋਲੀਬਾਰੀ ਹੋਈ। ਬੇਅੰਤ ਸਿੱਖ ਬੇਕਸੂਰ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਾਧ ਸੰਗਤ, ਇੱਕ ਪਲ ਲਈ ਨਾ ਵਕਤੀ ਤੌਰ ਤੇ ਇਹ ਫੁਰਨਾ ਜਿਹਾ ਬਣਦਾ ਹੈ ਵੀ ਧਰਮ ਦੇ ਲਈ ਜੂਝਣ ਵਾਲਾ ਸ਼ਹੀਦ ਹੋ ਗਿਆ, ਮਰ ਗਿਆ। ਪਰ ਉਹ ਜਿਹੜੀ ਸ਼ਹਾਦਤ ਹੈ ਉਹ ਵਕਤੀ ਤੌਰ ਤੇ ਲੱਗਦੀ ਹੈ ਕਿ ਮਰ ਗਏ, ਨਹੀਂ, ਹਾਰ ਗਏ ਲੱਗਦਾ ਹੈ, ਪਰ ਨਹੀਂ। ਸਾਧ ਸੰਗਤ, ਅਸਲ ਵਿੱਚ ਉਹ ਜਿੱਤਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਵਚਨ ਕੀਤਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਪਾਣੀ ਉਹ ਆਪਣੇ ਵੱਲੋਂ ਪਾਲੀ ਹੋਈ ਲੱਕੜ ਨੂੰ ਡੁੱਬਣ ਨਹੀਂ ਦਿੰਦਾ, ਭਾਵੇਂ ਉਹਦਾ ਜਿੰਨਾ ਮਰਜ਼ੀ ਭਾਰ ਹੋਵੇ, ਕਿਉਂਕਿ ਉਸ ਨੂੰ ਸਿੰਜ ਕੇ ਪਾਣੀ ਨੇ ਪਾਲਿਆ ਹੋਇਆ। ਪਾਣੀ ਕਾਠ ਨਾ ਡੁੱਬਈ ਪਾਲੇ ਦੀ ਲੱਜੈ। ਭਾਵੇਂ ਬੇੜੀ ਬਣ ਕੇ ਪਾਣੀ ਦੇ ਸਿਰ ਉੱਪਰ ਪਾਣੀ ਨੂੰ ਚੀਰ ਕੇ ਉਹ ਜਹਾਜ਼ ਬੇੜੀ ਚੱਲਦੀ ਹੈ, ਸਿਰ ਕਰਵਤ ਧਰਾਏ ਕੇ ਸਿਰ ਚੜਿਆ ਭੱਜੈ, ਫਿਰ ਵੀ ਨਹੀਂ ਡੁੱਬਣ ਦਿੰਦਾ। ਪਾਣੀ ਨੂੰ ਪਾਲੇ ਦੀ ਲਾਜ ਹੈ। ਉਸ ਬੇੜੀ ਦੇ ਉੱਪਰ ਜਿੰਨੇ ਮਰਜ਼ੀ ਪੱਥਰ, ਜਿੰਨਾ ਮਰਜ਼ੀ ਲੋਹਾ ਰੱਖ ਦਿੱਤਾ ਜਾਵੇ, ਜਿਹੜਾ ਆਮ ਤੌਰ ਤੇ ਪਾਣੀ 'ਚ ਡੁੱਬ ਜਾਏਗਾ, ਪਰ ਬੇੜੀ ਦੀ ਸੰਗਤ ਕੀਤਿਆਂ ਡੁੱਬੇਗਾ ਨਹੀਂ। ਲੋਹਾ ਜਿਹੜੀ ਹੈ ਬੋਹਤ ਹੈ, ਉਹਨੂੰ ਵੀ ਉਤਾਰ ਦਿੰਦਾ ਹੈ। ਤੇ ਉਧਰ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ। ਪਾਣੀ ਦੇ ਅੰਦਰ ਪਾਣੀ, ਲੱਕੜ ਦੇ ਅੰਦਰ ਪਾਣੀ ਦਾ ਵਿਰੋਧੀ ਤੱਤ ਅੱਗ ਹੈ, ਪਰ ਫਿਰ ਵੀ ਪਾਣੀ ਉਸ ਲੱਕੜ ਦੇ ਵਿਚਲੀ ਅੱਗ ਨੂੰ, ਵਿਰੋਧੀ ਤੱਤ ਨੂੰ ਨਹੀਂ ਚਿਤਾਰਦਾ, ਆਪਣੇ ਬਿਰਧ ਦੀ ਲਾਜ ਰੱਖਦਾ ਹੈ। ਉਧਰ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ। ਤੋ ਸਾਧ ਸੰਗਤ, ਇੱਕ ਗੱਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਵੀ ਹੇ ਪਾਣੀ, ਤੂੰ ਸਾਰੀਆਂ ਲੱਕੜਾਂ ਨੂੰ ਤੇ ਤਾਰ ਦਿੰਦਾ ਹੈ, ਪਰ ਤੇਰੀ ਇੱਕ ਲੱਕੜ ਜਿਸ ਨੂੰ ਤੂੰ ਸਿੰਜ ਕੇ ਪਾਲਿਆ, ਚੰਦਨ ਦੀ ਲੱਕੜ ਨੂੰ ਕਿਉਂ ਡੋਬਦਾ ਹੈ? ਤੋ ਪਾਣੀ ਨੇ ਜਿਹੜਾ ਜਵਾਬ ਦਿੱਤਾ, ਆਖੇ ਬਾਕੀ ਸਾਰੀਆਂ ਲੱਕੜਾਂ ਉਹਨਾਂ ਨੂੰ ਵੀ ਮੈਂ ਪਾਲਿਆ ਤੇ ਮੈਂ ਤਾਰ ਦਿੰਦਾ ਹਾਂ, ਜਿਹੜੀ ਚੰਦਨ ਦੀ ਲੱਕੜ ਹੈ ਬੇਸ਼ੱਕ ਕੋਈ ਅਤਕਥਨੀ ਨਹੀਂ, ਇਸ ਨੂੰ ਮੈਂ ਪਾਲਿਆ ਹੈ ਤੇ ਇਸ ਵਿੱਚ ਵੀ ਕੋਈ ਅਤਕਥਨੀ ਨਹੀਂ ਕਿ ਉਸ ਚੰਦਨ ਦੀ ਲੱਕੜ ਨੂੰ ਮੈਂ ਡੋਬ ਦਿੰਦਾ ਹਾਂ। ਪਰ ਭਲਿਆ ਇਹ ਗੱਲ ਚੇਤੇ ਰੱਖੀ, ਜੇਕਰ ਪਾਣੀ ਦੇ ਵਿੱਚ ਚੰਦਨ ਦੀ ਲੱਕੜ ਡੁੱਬੇ ਨਾ, ਤਾਂ ਫਿਰ ਉਹ ਚੰਦਨ ਦੀ ਲੱਕੜ ਨੂੰ ਸ਼ੁੱਧ ਨਹੀਂ ਮੰਨਿਆ ਜਾਂਦਾ। ਪਰਖਣ ਵਾਲੇ ਇਸੇ ਗੱਲ ਦੇ ਪਰਖਦੇ ਨੇ ਵੀ ਚੰਦਨ ਦੀ ਲੱਕੜ ਜੇ ਸ਼ੁੱਧ ਹੈ ਤਾਂ ਪਾਣੀ ਵਿੱਚ ਡੁੱਬ ਜਾਏਗੀ। ਆਖੇ ਇਹ ਚੰਦਨ ਦੀ ਲੱਕੜ ਤਾਂ ਹੀ ਮੈਂ ਆਪਣੇ ਅੰਦਰ ਡੋਬਦਾ ਹਾਂ ਵੀ ਇਸ ਦੀ ਸ਼ੁੱਧਤਾ ਦਾ ਲੋਕਾਂ ਨੂੰ ਪਤਾ ਲੱਗੇ। ਇਸ ਕਰਕੇ ਇਹ ਜਿਹੜੇ ਕਰਨੀ ਵਾਲੇ ਮਹਾਂਪੁਰਖ ਹੁੰਦੇ ਨੇ ਨਾ, ਜਿਹੜੇ ਸ਼ਹੀਦ ਹੁੰਦੇ ਨੇ, ਇਹ ਮਰਦੇ ਨਹੀਂ। ਜਿਵੇਂ ਪਾਣੀ ਲੱਕੜ, ਚੰਦਨ ਦੀ ਲੱਕੜ ਨੂੰ ਡੋਬ ਕੇ ਉਸ ਦੀ ਸ਼ੁੱਧਤਾ ਬਾਰੇ ਲੋਕਾਈ ਨੂੰ ਦੱਸਦਾ ਹੈ ਵੀ ਇਹ ਲੱਕੜ ਸੱਚਮੁੱਚ ਚੰਦਨ ਦੀ ਲੱਕੜ ਹੈ, ਸ਼ੁੱਧ ਚੰਦਨ ਹੈ, ਇਸੇ ਤਰ੍ਹਾਂ ਸ਼ਹੀਦ ਵਕਤੀ ਤੌਰ ਤੇ ਪੰਜ ਭੂਤਕ ਸਰੀਰ ਵਿੱਚੋਂ ਪ੍ਰਾਣ ਤਿਆਗ ਕੇ ਮਰੇ ਹੋਏ ਤੇ ਪ੍ਰਤੀਤ ਹੁੰਦੇ ਨੇ, ਪਰ ਨਹੀਂ, ਗੁਰੂ ਸਾਹਿਬ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜਿਸ ਉੱਪਰ ਪਿਆਰ ਹੈ, ਜਿਸ ਉੱਪਰ ਨੇਹ ਹੈ, ਉਹਨਾਂ ਤੋਂ ਜਾਨ ਵਾਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਹੀ ਦੱਸਦੀ ਹੈ ਕਿ ਹਾਂ, ਸਾਡੇ ਅੰਦਰ ਸੱਚਾ ਪ੍ਰੇਮ ਹੈ, ਬਿਨਾਂ ਕਿਸੇ ਮੈਲ ਤੋਂ ਅਸੀਂ ਆਪਣੇ ਆਪੇ ਨੂੰ ਕੁਰਬਾਨ ਕੀਤਾ ਹੈ। ਇੱਕ ਅਦੀਬ ਨੇ ਇਹ ਸਾਰੇ ਵਰਤਾਰੇ ਉਸ ਬਾਬਤ ਇੱਕ 2-4 ਬਚਨ ਬੜੇ ਪਿਆਰੇ ਲਿਖੇ। ਉਸ ਦੀ ਇੱਕ ਕਵਿਤਾ ਹੈ ਜੀ, ਕਿ ਲੱਗਾ ਮੇਰੀ ਤਪਦੀ ਪੱਠੀ ਬਣ ਗਿਆ, ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਮੇਰੀ ਤਪਦੀ ਪੱਠੀ ਬਣ ਗਈ, ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਟ। ਮੇਰੇ ਬੁਰਜ ਮਨਾਰੇ ਢਾਹ ਦਿੱਤਾ ਤਖਤ ਅਕਾਲ। ਆਖੇ ਮੇਰੇ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਹੈ। ਮੇਰਾ ਸੋਨੇ ਰੰਗਾ ਰੰਗ ਅੱਜ ਹੋਇਆ ਲਾਲੋ ਲਾਲ। ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਜਿਸ ਹੱਸ ਪ੍ਰਣਾਇਆ ਮੌਤ ਨੂੰ, ਉਹਦੇ ਦਿਲ ਵਿੱਚ ਰਤਾ ਨਾ ਮੈਂ। ਸਾਧ ਸੰਗਤ, ਬਹੁਤ ਵਾਰ ਲੋਕ ਆਖਦੇ ਨੇ ਇਹ ਉੱਜੜ ਗਏ, ਬਰਬਾਦ ਹੋ ਗਏ, ਪਰ ਇਹ ਬਰਬਾਦੀ ਨਹੀਂ, ਇਹ ਆਬਾਦੀ ਹੈ। ਉਹ ਸਦਾ ਲਈ ਆਬਾਦ ਹੋ ਜਾਂਦੇ ਨੇ।
शहीद की जो मौत है वो कौम की हयात है, हयात तो हयात वो मौत भी हयात है। जद डुलदा खून शहीदां दा तकदीर बदलदी कौमां दी, रंबियां नाल खोपड़ लैंदे जा तस्वीर बदलदी कौमां दी। साध संगत साडी दिल्ली दी धरती दे उपर ही लखी शाह वणजारा कुर्बान जाइए, बलिहार जाइए, उस गुरु के सिख दी करनी तो सतगुरु गुरु तेग बहादुर साहब महाराज दे धड़ दा संस्कार उसने अपने घर नूं अग ला के कर दिता। लुकाई आखदी है लखी शाह वणजारा उजड़ गया, इसदा लखां दा समान इसने सारे घर नूं अग ला दिती। पर साध संगत तो वक्ती तौर दे उपर ते उजड़िया दिखदा सी, बर्बाद होया दिखदा सी, पर जुगो जुग अटल हो गया, वो सदा लई इस संसार ते आबाद हो गया। ये लोग आखदे ने बर्बाद हो गए, पर बर्बादी नहीं, वो आबादी है। साध संगत समय समय की सरकार अकाल तखत साहब नूं ढाउण दे लई मनसूबे कढदी रही, खालसे नूं खत्म करन दे लई विਉਂਤਾ बनाउंदी रही है। बहुत सारियां विधियां बनाईयां, पर इस खालसे नूं, इस धर्म नूं चलाउण वाले सतगुरु गुरु नानक साहब महाराज बाबत लिखिया है एक बाबा अकाल रूप। गुरु नानक साहब महाराज अकाल दा रूप हन। गुरु गोबिंद सिंह साहब महाराज जी दे लई अकाल दे सुत दे शब्द वरते जाते हैं। ते गुरु गोबिंद सिंह साहब महाराज जी ने जिस खालसे का स्वरूप बद्धा है वह खालसा अकाल पुरख की फौज है। यह धर्म का बानी अकाल का रूप है। इस खालसे नूं साजन वाला अकाल का सुत है। यह खालसा अकाल की फौज है। साध संगत यह तखत अकाल का है, जिहड़ा खुद अकाल है, जुगो जुग अटल है। उसका खालसा ते उसका तखत भी जुगो जुग अटल रहेगा। उस नूं मिटाउण वाले ते इस संसार तो अज उन्हां दा कोई नामो निशान नहीं, पर गुरु का खालसा ते अकाल तखत सदा लई आबाद ते जुगो जुग अटल रहेगा। साध संगत इस तो बाद दा जो वरतारा है ना, सिर्फ 6 जून तक गल खत्म नहीं हो जाती। 7, 8 ते 9 जून नूं भी बहुत सारे घटनाक्रम वापरे। उन्हां घटनावां दा जिक्र आपां अगलेरियां दीवानां विच करांगे। जून 1984 विच शहीद होए समूह सिंह ਸਿੰਘਣੀਆਂ, क्योंकि सिर्फ सिख ही नहीं सन, ਸਿੰਘਣੀਆਂ भी सन। बीबी उपकार कौर जी प्रधान आल इंडिया सिख स्टूडेंट फैडरेशन इस्त्री विंग, वो भी शहीद होए। संत बाबा जरनैल सिंह जी के पीए रछपाल सिंह जी तिन्हां दी धर्म पत्नी वो भी उत्थे शहीद हुंदे ने। तो साध संगत बाबा जरनैल सिंह, बीबी उपकार कौर, सरदार रछपाल सिंह, बाबा ठाहरा सिंह, भाई अमरीक सिंह जी, जनरल शुबेग सिंह जी, समूह शहीद सिंह ਸਿੰਘਣੀਆਂ दी लासानी शहादत नूं कोटान कोट प्रणाम। हजूर तरस करन सिक्खी दे उत्तों कुर्बान होने का जो जज्बा वो साडे अंदर भी बन आवे। ते फिर बेनती है, कल भी दास ने बेनती की सी, सिखो भुलियो ना। आखदे ने भुल जाओ, पर नहीं, जेकर भुल गए ना तो फिर, क्योंकि ज्ञानी प्रीतम सिंह जी ने बड़ी प्यारी गल आखी सी। सिंह साहब ज्ञानी प्रीतम सिंह पिछलेरिया दीवाना में गल सांझी करके कहते कौमां घल्लूघारियां नाल खत्म नहीं हुंदियां, घल्लूघारे भुलाउण दे नाल कौमां खत्म हो जांदियां ने। भुलियो ना, सतगुरु तरस करन साडे अंदर भी वो जज्बा बन आवे। आप सरबत संगतां दा धन्नवाद। समय की समाप्ति है, दिओ असीस। गज के आखो जी वाहिगुरू जी का खालसा, वाहिगुरू जी की फतेह। राम कली महला तीजा, आनंद एक ओंकार। सतगुर प्रसाद आनंद भया मेरी माए, सतगुरु मैं पाया, सतगुर तां पाया सहज सीति।